ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਜੀ ਆਇਆਂ ਨੂੰ ਖੁਸ਼ ਆਮਦੀਦ ਤੁਹਾਡੇ ਆਪਣੇ ਚੈਨਲ ਸਕਾਈ ਰੈਸਪੀ ਤੇ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਚਿਕਨ ਡਰਮ ਸਟਿਕ ਦੀ ਰੈਸਪੀ। ਚਿਕਨ ਡਰਮ ਸਟਿਕ ਤੇ ਹਰ ਕੋਈ ਬਣਾ ਲੈਂਦਾ ਹੈ, ਲੇਕਿਨ ਸਿਰਫ ਇਹਦੇ ਨੂੰ ਬਣਾਉਣ ਲਈ ਦੋ ਮਸਲੇ ਦਰਪੇਸ਼ ਹੁੰਦੇ ਨੇ। ਇੱਕ ਕਿ ਚਿਕਨ ਜਦੋਂ ਅਸੀਂ ਫਰਾਈ ਕਰਦੇ ਹਾਂ ਅੰਦਰੋਂ ਥੋੜੀ ਜਿਹੀ ਕੱਚੀ ਤੇ ਲਾਲ ਰਹਿ ਜਾਂਦੀ ਹੈ, ਜਾਂ ਬਾਜ਼ ਔਕਾਤ ਇਹਦੀ ਜਿਹੜੀ ਕੋਟਿੰਗ ਆ ਨਾ ਉਹ ਫਰਾਈ ਕਰਦੇ ਵਕਤ ਉਤਰ ਜਾਂਦੀ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਦੋਵੇਂ ਮਸਲੇ ਤੁਹਾਡੇ ਨਾਲ ਪੇਸ਼ ਨਾ ਆਉਣ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ। ਮੈਂ 12 ਅਦਦ ਚਿਕਨ ਡਰਮ ਸਟਿਕ ਲੈ ਲਈਆਂ ਔਰ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਰੱਖ ਲਿਆ। ਹੁਣ ਪਾਣੀ ਲੈ ਲੈਣਾ ਇੱਕ ਕੜਾਈ ਦੇ ਵਿੱਚ ਔਰ ਆਪਾਂ ਇਹਦੇ ਵਿੱਚ ਸਿਰਕਾ ਪਾ ਦੇਣਾ 2 ਤੋਂ 3 ਖਾਣੇ ਦੇ ਚਮਚ। 1 ਚਮਚ ਇਹਦੇ ਵਿੱਚ ਨਮਕ ਦਾ ਪਾ ਦੇਣਾ। ਹੁਣ ਜਿੰਨੀਆਂ ਵੀ ਡਰਮ ਸਟਿਕਾਂ ਪਈਆਂ ਇਹਨੂੰ ਮੈਂ ਇਹਦੇ ਵਿੱਚ ਪਾ ਦੇਣਾ। ਔਰ ਤੁਸੀਂ ਇਹ ਦੇਖਿਓ, ਗੌਰ ਨਾਲ ਦੇਖਿਓ ਕਿ ਮੈਂ ਤੁਹਾਨੂੰ ਇੱਥੇ ਇੱਕ ਕੋਈ ਖ਼ਾਸ ਚੀਜ਼ ਦਿਖਾਉਂਗੀ ਜਿਹਦੀ ਵਜ੍ਹਾ ਨਾਲ ਤੁਹਾਡੀ ਡਰਮ ਸਟਿਕਾਂ ਨੇ ਜਿਹੜੀਆਂ ਉਹ ਬਹੁਤ ਮਜ਼ੇ ਦੀਆਂ ਬਣਨਗੀਆਂ। ਤੁਸੀਂ ਇਸ ਚੀਜ਼ ਨੂੰ ਗੌਰ ਰੱਖਿਓ ਕਿ ਉਹ ਕੀ ਚੀਜ਼ ਆ। ਇਹ ਸਿਰਕੇ ਦੇ ਪਾਣੀ ਦੇ ਵਿੱਚ ਅਸੀਂ ਡਰਮ ਸਟਿਕ ਨੂੰ ਇਸ ਤਰ੍ਹਾਂ ਜੀ ਬੋਇਲ ਕਰਨਾ, ਇੰਨਾ ਕੁ ਕੁੱਕ ਕਰਨਾ ਕਿ ਤਕਰੀਬਨ ਇਹਨੂੰ ਜੀ ਤੁਸੀਂ 50% ਤੇ ਨਹੀਂ ਲੇਕਿਨ 35% ਜਾਂ 40% ਇਹਨੂੰ ਕੁੱਕ ਲਾਜ਼ਮੀ ਕਰ ਲੈਣਾ। ਤਕਰੀਬਨ ਇਹਨੂੰ ਆਪਾਂ ਜਿਹੜੇ 3 ਤੋਂ 4 ਮਿੰਟ 5 ਮਿੰਟ ਬੋਇਲ ਜ਼ਰੂਰ ਕਰਨਾ। ਇਹਨੂੰ ਪਾ ਕੇ ਮਿਕਸ ਕਰਕੇ ਰੱਖ ਦੇਣਾ, ਲੇਕਿਨ ਕਵਰ ਨਹੀਂ ਲਾਣਾ। ਇਹ ਤੁਸੀਂ ਦੇਖੋ ਕਿ ਪਾਣੀ ਨੂੰ ਬੋਇਲ ਆਉਣਾ ਸ਼ੁਰੂ ਹੋ ਗਿਆ। ਇਹ ਜਦੋਂ ਬੋਇਲ ਆ ਰਿਹਾ ਨਾ ਤੇ ਇਹ ਵਾਲੀ ਡਰਮ ਸਟਿਕ ਨੂੰ ਨੋਟ ਕਰੋ, ਜਿੰਨਾ ਵੀ ਬਲੱਡ ਇਹਦੇ ਅੰਦਰ ਹੈ ਨਾ ਇਹ ਬਲੱਡ ਬਾਹਰ ਆ ਰਿਹਾ। ਇਸੇ ਤਰ੍ਹਾਂ ਸਾਰੀ ਡਰਮ ਸਟਿਕਾਂ ਦੇ ਵਿੱਚੋਂ ਨਾ ਬਲੱਡ ਬਾਹਰ ਆ ਜਾਂਦਾ ਔਰ ਅੰਦਰੋਂ ਬਿਲਕੁਲ ਜਿਹੜੀਆਂ ਨੇ ਇਹ ਬਿਲਕੁਲ ਸਾਫ਼ ਹੋ ਜਾਂਦੀਆਂ, ਇਹਨਾਂ ਦਾ ਬਲੱਡ ਖੁਸ਼ਕ ਹੋ ਜਾਂਦਾ। ਔਰ ਇਸ ਤਰ੍ਹਾਂ ਹਮ ਸਾਡੀਆਂ ਡਰਮ ਸਟਿਕਾਂ ਜਿਹੜੀਆਂ ਉਹ ਬੋਇਲ ਹੋ ਰਹੀਆਂ, ਨਾਲ ਹੀ ਆਪਾਂ ਜਿਹੜੀ ਇਹਦੀ ਕੋਟਿੰਗ ਤਿਆਰ ਕਰ ਲੈਂਦੇ ਹਾਂ। ਕੋਟਿੰਗ ਦੇ ਵਿੱਚ ਆਪਾਂ ਇਹਦੇ ਮਸਾਲੇ ਲੈ ਲੈਣੇ ਨੇ। ਹਲਦੀ 1 ਟੀਸਪੂਨ, ਆਪਾਂ ਕਾਲੀ ਮਿਰਚ 1 ਟੀਸਪੂਨ, ਸੁੱਕਾ ਧਨੀਆ 1 ਖਾਣੇ ਦਾ ਚਮਚ, ਸੁਰਖ ਮਿਰਚ 1 ਖਾਣੇ ਦਾ ਚਮਚ, ਦੜਾ ਮਿਰਚ 1 ਖਾਣੇ ਦਾ ਚਮਚ ਔਰ ਕਾਲੀ ਮਿਰਚ 1 ਟੀਸਪੂਨ, ਅਜਵੈਨ 1 ਟੀਸਪੂਨ, ਜ਼ੀਰਾ 1 ਟੀਸਪੂਨ, ਤਿੱਕਾ ਮਸਾਲਾ 1 ਟੀਸਪੂਨ ਔਰ ਨਮਕ ਹੈ ਜਿਹੜਾ ਜੀ ਉਹ ਹੈਗਾ 1 ਖਾਣੇ ਦਾ ਚਮਚ। ਥੋੜਾ ਜਿਹਾ ਚੁਟਕੀ ਕਲਰ ਮੈਂ ਇਹਦੇ ਵਿੱਚ ਸ਼ਾਮਿਲ ਕੀਤਾ ਹੈ, ਔਰੇਂਜ ਫੂਡ ਕਲਰ, ਤਾਂ ਕਿ ਥੋੜਾ ਜਿਹਾ ਕਲਰ ਜਿਹੜਾ ਨਾ ਉਹ ਜ਼ਬਰਦਸਤ ਜਿਹਾ ਆ ਜਾਵੇ। ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਕਰ ਲੈਣਾ ਜੀ ਇੱਕ ਬਰਤਨ 'ਚ ਪਾ ਲੈਣਾ। ਪਾ ਕੇ ਪਹਿਲੇ ਇਹਨਾਂ ਨੂੰ ਤੁਸੀਂ ਵੈਸੇ ਮਿਕਸ ਕਰ ਲੈਣਾ ਤਾਂ ਕਿ ਮਸਾਲੇ ਜਿਹੜੇ ਨਾ ਇੱਕੋ ਜਿਹੇ ਹੋ ਜਾਣ। ਇਹਨਾਂ ਨੂੰ ਇਸ ਤਰ੍ਹਾਂ ਮਿਕਸ ਕਰ ਲਓ। ਇਸ ਕੋਟਿੰਗ ਨੂੰ ਤਿਆਰ ਕਰਨਾ ਤੁਸੀਂ, ਅਗਰ ਇਸ ਕੋਟਿੰਗ ਨੂੰ ਇਸੇ ਤਰ੍ਹਾਂ ਤਿਆਰ ਕਰੋਗੇ ਤੁਸੀਂ ਯਕੀਨ ਕਰੋ ਕਿ ਤੁਹਾਡੀ ਜਿਹੜੀ ਕੋਟਿੰਗ ਆ ਨਾ ਉਹ ਵੀ ਉੱਤੋਂ ਕਦੇ ਨਹੀਂ ਲਿੱਥੇਗੀ। 4 ਖਾਣੇ ਦੇ ਚਮਚ ਲੈਮਨ ਜੂਸ ਮੈਂ ਇਹਦੇ ਵਿੱਚ ਪਾਇਆ ਔਰ ਸੋਇਆ ਸੌਸ ਬਹੁਤ ਜ਼ਬਰਦਸਤ ਜ਼ਾਇਕਾ ਲੈ ਕੇ ਆਂਦਾ, ਚਿਕਨ ਦੀ ਸਮੈਲ ਨੂੰ ਵੀ ख़त्म ਕਰਦਾ ਔਰ ਜ਼ਾਇਕਾ ਵੀ ਇਹਦੇ ਨਾਲ ਬਹੁਤ ਜ਼ਬਰਦਸਤ ਆਉਂਦਾ। 2 ਤੋਂ 3 ਖਾਣੇ ਦੇ ਚਮਚ ਲਸਣ ਅਦਰਕ ਦਾ ਪੇਸਟ 3 ਖਾਣੇ ਦੇ ਚਮਚ ਇਹਦੇ ਵਿੱਚ ਭਰ ਕੇ ਪਾ ਦੇਣਾ, ਕਿਉਂਕਿ ਡਰਮ ਸਟਿਕ ਦਾ ਅਗਰ ਵਜ਼ਨ ਦੇਖਿਆ ਜਾਵੇ ਤਾਂ ਉਹ 1.5 kg ਆ, ਠੀਕ ਹੈ। ਤੇ ਉਹਦੇ ਲਈ ਅਸੀਂ ਇੰਨੇ ਮਸਾਲੇ ਆ ਨਾ ਜਿਹੜੇ ਜ਼ਬਰਦਸਤ ਮਸਾਲੇ ਰਹਿੰਦੇ ਨੇ, ਨਹੀਂ ਬਹੁਤ ਜ਼ਿਆਦਾ ਸਪਾਈਸੀ ਬਿਲਕੁਲ ਵੀ ਨਹੀਂ ਹੋਈ, ਬਹੁਤ ਜ਼ਬਰਦਸਤ ਜਿਹੇ ਬਣੇ ਨੇ। ਇਹਨਾਂ ਨੂੰ ਅਸੀਂ ਇਹਦੇ ਵਿੱਚ ਬਸ ਮਿਕਸ ਕਰ ਲੈਣਾ। ਅੱਛਾ, ਇਸ ਵਕਤ ਕੁਝ ਲੋਕ ਗਲਤੀ ਕਰਦੇ ਨੇ ਇਸ ਪੁਆਇੰਟ ਤੇ ਕਿ ਉਹ ਇਹਦੇ ਵਿੱਚ ਮੈਦਾ ਜਾਂ ਫਿਰ ਬੇਸਨ ਹੈ ਨਾ ਜਿਹੜਾ ਇਸ ਪੁਆਇੰਟ ਤੇ ਸ਼ਾਮਿਲ ਕਰ ਲੈਣੇ ਨੇ। ਤੁਸੀਂ ਇਸ ਪੁਆਇੰਟ ਤੇ ਨਾ ਇਹਦੇ ਵਿੱਚ ਮੈਦਾ ਸ਼ਾਮਿਲ ਕਰਨਾ ਔਰ ਨਾ ਹੀ ਇਹਦੇ ਵਿੱਚ ਬੇਸਨ ਸ਼ਾਮਿਲ ਕਰਨਾ। ਇਹ ਦੇਖੋ ਡਰਮ ਸਟਿਕਾਂ ਜਿਹੜੀਆਂ ਮੈਂ ਬੋਇਲ ਹੋ ਗਈਆਂ, ਇਹਨਾਂ ਨੂੰ ਕੱਢ ਕੇ ਦੁਬਾਰਾ ਇਹਦੇ ਉੱਤੇ ਠੰਡਾ ਪਾਣੀ ਡਾਲ ਕੇ ਇਹਨਾਂ ਨੂੰ ਖੁਸ਼ਕ ਕਰ ਲਿਆ। ਖੁਸ਼ਕ ਕਰਨੇ ਤੋਂ ਬਾਅਦ ਮੈਂ ਇਹਨਾਂ ਦੇ ਇਸ ਤਰ੍ਹਾਂ ਕੱਟ ਲਾ ਲੈਣੇ ਨੇ। ਇਸ ਤਰ੍ਹਾਂ ਬਹੁਤ ਜ਼ਿਆਦਾ ਗਹਿਰੇ ਕੱਟ ਨਹੀਂ ਲਗਾਣੇ ਕਿ ਬਿਲਕੁਲ ਹੀ ਇਹਦਾ ਜਿਹੜਾ ਗੋਸ਼ਤ ਆ ਉਹ ਅਲੱਗ ਹੋ ਜਾਵੇ। ਇਸ ਤਰ੍ਹਾਂ ਇਹਨੂੰ ਕੱਟ ਲਾਣੇ ਨੇ, ਹਾਫ ਕੱਟ ਲਾਣੇ ਨੇ ਤਾਂ ਕਿ ਗਹਿਰੇ ਵੀ ਨਾ ਬਹੁਤ ਜ਼ਿਆਦਾ ਹੱਡੀ ਤੱਕ ਵੀ ਨਾ ਜਾਣ ਤੇ ਤਕਰੀਬਨ ਇਹ ਹਾਫ ਕੱਟ ਹੋਵਣ। ਇਸੇ ਤਰ੍ਹਾਂ ਮੈਂ ਸਾਰੀ ਜਿਹੜੇ ਡਰਮ ਸਟਿਕਸ ਆ ਉਹਨਾਂ ਨੂੰ ਕੱਟ ਲਾ ਲੈਂਦੀ ਹਾਂ। ਇਸੇ ਤਰ੍ਹਾਂ ਅਗਰ ਤੁਹਾਨੂੰ ਮੇਰੀ ਰੈਸਪੀ ਅੱਛੀ ਲੱਗ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਨਾਲ ਸ਼ੇਅਰ ਜ਼ਰੂਰ ਕਰਿਓ ਔਰ ਤੁਸੀਂ ਦੱਸਿਓ ਵੀ ਕਿ ਤੁਹਾਨੂੰ ਇਹ ਮੇਰੀ 2 ਟਿਪਸ ਕਿਸ ਤਰ੍ਹਾਂ ਲੱਗੀ ਆ ਔਰ ਆਇਆ ਕਿ ਤੁਹਾਡੀ ਡਰਮ ਸਟਿਕ ਦੇ ਵਿੱਚੋਂ ਹੁਣ ਕਦੇ ਵੀ ਦੁਬਾਰਾ ਜਿਹੜਾ ਨਾ ਉਹ ਵਿੱਚੋਂ ਕੱਚੀ ਨਹੀਂ ਰਹੇਗੀ ਜਾਂ ਵਿੱਚੋਂ ਰੈੱਡ ਨਹੀਂ ਨਿਕਲੇਗੀ। ਅਗਰ ਥੋੜਾ ਜਿਹਾ ਤੁਸੀਂ ਇਸ ਤਰ੍ਹਾਂ ਬਣਾਓਗੇ ਔਰ ਉਹਦਾ ਜ਼ਾਇਕਾ ਵੀ ਬਹੁਤ ਅੱਛਾ ਆਏਗਾ। ਸਿਰਫ ਸਿਰਕਾ ਔਰ ਤੁਸੀਂ ਜਿਹੜਾ ਨਮਕ ਪਾ ਕੇ ਬੋਇਲ ਕਰਨਾ। ਸਾਰੀਆਂ ਨੂੰ ਮੈਂ ਕੱਟ ਲਾ ਲਿਆ। ਹੁਣ ਜਿਹੜਾ ਸੀ ਮਸਾਲਾ ਤਿਆਰ ਕੀਤਾ ਉਹ ਇਹਦੇ ਤੇ ਕੋਟ ਕਰ ਲੈਣਾ। ਆ ਦੇਖੋ ਮੈਂ ਸਾਰਿਆਂ ਨੂੰ ਲਾ ਲਿਆ, ਸਿਰਫ ਇੱਕ ਰੱਖੀ ਆ ਤੁਹਾਨੂੰ ਦਿਖਾਣੇ ਲਈ ਕਿ ਇਸ ਤਰ੍ਹਾਂ ਇਹਦੇ ਵਿੱਚ ਫਿੰਗਰ ਦੀ ਮਦਦ ਨਾਲ ਇਹਦੇ ਵਿੱਚ ਤੱਕ ਅਸੀਂ ਮਸਾਲਾ ਲਾ ਲੈਣਾ। ਜਿੰਨਾ ਵੀ ਮਸਾਲਾ ਬਚਿਆ ਸਾਰੇ ਮੈਂ ਇਹਦੇ ਉੱਤੇ ਲਾ ਦੇਣਾ, ਅੱਛੀ ਤਰ੍ਹਾਂ ਕੋਟ ਕਰ ਦੇਣਾ।
ਕੁਝ ਲੋਕ ਇਹਦੇ ਵਿੱਚ ਅੰਡਾ ਡਾਲਦੇ ਨੇ, ਮੈਂ ਅੰਡਾ ਬਿਲਕੁਲ ਵੀ ਨਹੀਂ ਇਹਦੇ ਵਿੱਚ ਪਾਇਆ ਅੰਡਾ। ਲੇਕਿਨ ਜਦੋਂ ਤੁਸੀਂ ਅੰਡਾ ਫਰਾਈ ਕਰਦੇ ਹੋ ਨਾ ਤੇ ਅੰਡਾ ਫਰਾਈ ਦੇ ਟਾਈਮ ਜ਼ਿਆਦਾਤਰ ਝਾਗ ਪੈਦਾ ਕਰਦਾ, ਤੇ ਮੈਂ ਇਹਦੇ ਵਿੱਚ ਅੰਡਾ ਵੀ ਨਹੀਂ ਪਾਇਆ ਔਰ ਸਿਰਫ ਇਹਨੂੰ ਇਸ ਤਰ੍ਹਾਂ ਅੱਛੀ ਤਰ੍ਹਾਂ ਮਸਾਲੇ ਨਾਲ ਕੋਟ ਕਰ ਦੇਣਾ। ਕੋਟ ਕਰਨੇ ਤੋਂ ਬਾਅਦ ਆਹ ਵਾਲਾ ਜਿਹੜਾ ਅਗਲਾ ਸਟੈਪ ਹੈ ਇਹ ਬਹੁਤ ਹੀ ਅਹਿਮ ਆ। ਇਸ ਵਕਤ ਤੁਸੀਂ ਇਹਦੇ ਤੇ ਕੌਰਨਫਲੋਰ ਲਗਾਉਣਾ। ਮੈਂ 4 ਖਾਣੇ ਦੇ ਚਮਚ ਇਹਦੇ ਤੇ ਕੌਰਨਫਲੋਰ ਜਿਹੜਾ ਛਿੜਕਿਆ ਇਸ ਤਰ੍ਹਾਂ ਬਾਰੀਕ ਬਾਰੀਕ ਕਰਕੇ। ਇਸ ਟਾਈਮ ਜਿਹੜਾ ਕੌਰਨਫਲੋਰ ਔਰ ਬੇਸਨ ਲਗਾਉਣੇ ਦਾ ਜਿਹੜਾ ਫਾਇਦਾ ਉਹ ਇਹ ਗਿਆ ਕਿ ਜਿਹੜੀ ਇਹਦੇ ਵਿੱਚ ਮਸਾਲੇ ਦੇ ਵਿੱਚ ਨਮੀ ਹੋਏਗੀ ਨਾ ਉਹ ਕੌਰਨਫਲੋਰ ਜਜ਼ਬ ਕਰ ਲੇਗਾ ਔਰ ਬਿਲਕੁਲ ਜਿਹੜੀਆਂ ਹੈਗੇ ਨਾ ਸਾਡੇ ਸਟਿਕਸ ਦੇ ਨਾਲ ਜੰਮ ਜਾਊਗਾ। ਇਹਦਾ ਜਿਹੜਾ ਕੋਟਿੰਗ ਆ ਉਹ ਬਿਲਕੁਲ ਨਾਲ ਜਜ਼ਬ ਹੋ ਜਾਏਗੀ ਔਰ ਜਦੋਂ ਤੁਸੀਂ ਫਰਾਈ ਕਰੋਗੇ ਨਾ ਤੇ ਮਜਾਲ ਆ ਕਿ ਕੋਟਿੰਗ ਦਾ ਇੱਕ ਜ਼ਰਾ ਵੀ ਉਤਰ ਜਾਵੇ। ਅਗਰ ਉਤਰ ਜਾਵੇ ਤੇ ਵੀਡੀਓ ਦੇ ਨੀਚੇ ਆ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵਾਕਈ ਕੋਟਿੰਗ ਉਤਰੀ ਆ। ਕੋਟਿੰਗ ਕਦੇ ਵੀ ਨਹੀਂ ਉਤਰੇਗੀ। ਪਹਿਲੇ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਕਰ ਦੇਣਾ। ਬਸ 4 ਚਮਚ ਜਿਹੜਾ ਕੌਰਨਫਲੋਰ ਇਹਦੇ ਵਿੱਚ ਬਹੁਤ ਹੈ ਇਸ ਟਾਈਮ ਇੱਥੇ ਨਾ, ਔਰ 4 ਚਮਚ ਤੋਂ ਬਾਅਦ ਤੁਸੀਂ ਇਹਦੇ ਵਿੱਚ ਕੌਰਨਫਲੋਰ ਨਹੀਂ ਹੈਗਾ ਤੁਸੀਂ ਇੱਥੇ ਇਸ ਟਾਈਮ ਮੈਦਾ ਵੀ ਇਹਦੇ ਉੱਤੇ ਲਾ ਸਕਦੇ ਹੋ। ਅਗਰ ਕੌਰਨਫਲੋਰ ਮਿਲ ਜਾਵੇ ਤੇ ਉਹ ਬੈਸਟ ਆ। ਹੁਣ ਸਾਰੀ ਜਿਹੜੀ ਡਰਮ ਸਟਿਕ ਨੂੰ ਮੈਂ ਇਸ ਤਰ੍ਹਾਂ ਮਸਾਲੇ ਦੇ ਵਿੱਚ ਦੁਬਾਰਾ ਕੋਟ ਕਰ ਲਿਆ, ਇਹਨੂੰ 1 ਬਾਏ 1 ਕਰਕੇ, ਤਾਂ ਕਿ ਜਿਹੜਾ ਕੌਰਨਫਲੋਰ ਆ ਸਾਰਾ ਜਿਹੜਾ ਮਸਾਲੇ ਦੀ ਨਮੀ ਆ ਜਜ਼ਬ ਕਰ ਲਵੇ। ਹੁਣ ਇਸ ਤੋਂ ਬਾਅਦ ਮੈਂ ਇਹਦੇ ਉੱਤੇ ਇੱਕ ਲੇਅਰ ਕਰੂੰਗੀ ਬੇਸਨ ਦੀ। ਬਹੁਤ ਜ਼ਿਆਦਾ ਅਸੀਂ ਥਿਕ ਲੇਅਰ ਨਹੀਂ ਰੱਖਣੀ ਇਹਦੇ ਤੇ, ਬਿਲਕੁਲ ਹਲਕੀ 4 ਖਾਣੇ ਦੇ ਚਮਚ ਹੀ ਮੈਂ ਇਹਦੇ ਉੱਤੇ ਜਿਹੜਾ ਨਾ ਬੇਸਨ ਇਹਦੇ ਉੱਤੇ ਇਹਦਾ ਸਪਰੈਡ ਕਰੂੰਗੀ ਬਿਲਕੁਲ, ਤਾਂ ਕਿ ਉਹ ਵੀ ਇਹਦੀ ਨਮੀ ਜਿਹੜੀ ਜਜ਼ਬ ਕਰ ਲੂਗਾ। ਇੱਥੇ ਫਿਰ ਤੁਸੀਂ ਇਹਨੂੰ 10 ਤੋਂ 15 ਮਿੰਟ ਰੱਖੋਗੇ ਇਸ ਟਾਈਮ ਮਸਾਲਾ ਲਾ ਕੇ। ਚਾਹੇ ਤਾਂ ਤੁਸੀਂ 10 ਤੋਂ 15 ਮਿੰਟ ਰੱਖੋ, ਚਾਹੇ ਤਾਂ ਤੁਸੀਂ ਇਹਨੂੰ ਜਿਹੜੇ ਹੈ ਨਾ 1 ਘੰਟੇ ਲਈ ਵੀ ਰੱਖ ਸਕਦੇ ਹੋ ਔਰ ਇਹਦਾ ਜ਼ਬਰਦਸਤ ਜ਼ਿਆਦਾ ਫਲੇਵਰ ਆਏਗਾ। ਮਸਾਲਾ ਬਿਲਕੁਲ ਇਸ ਦੇ ਅੰਦਰ ਜਜ਼ਬ ਹੋ ਜਾਏਗਾ ਔਰ ਚਾਹੋ ਤਾਂ ਤੁਸੀਂ ਇਹਨੂੰ ਫੌਰਨ ਵੀ ਫਰਾਈ ਕਰ ਸਕਦੇ ਹੋ। ਇੰਨਾ ਕੋਈ ਵੀ ਇਹਦੇ ਜ਼ਾਇਕੇ 'ਚ ਇੰਨਾ ਫ਼ਰਕ ਨਹੀਂ ਆਉਂਦਾ ਹੈਗਾ ਕਿ ਇਹਨੂੰ 2 ਘੰਟੇ ਰੱਖੋ ਜਾਂ 4 ਘੰਟੇ ਰੱਖੋ, ਨਹੀਂ। ਹੁਣ ਬਿਲਕੁਲ ਜੀ ਇਹਨੂੰ ਵੀ ਅਸੀਂ ਮਿਕਸ ਕਰ ਲੈਂਦੇ ਹਾਂ, ਹੱਥਾਂ ਨਾਲ ਮਿਕਸ ਕਰਦੇ ਹਾਂ, ਚਮਚ ਨਾਲ ਥੋੜਾ ਮੁਸ਼ਕਿਲ ਹੋ ਰਿਹਾ। ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਅਸੀਂ ਮਸਾਲੇ ਨੂੰ ਔਰ ਬੇਸਨ ਨੂੰ ਡਰਮ ਸਟਿਕ ਦੇ ਨਾਲ ਇਸ ਤਰ੍ਹਾਂ ਮਲ ਕੇ ਜੀ ਸਾਰਾ, ਤਾਂ ਕਿ ਸਾਰਾ ਮਸਾਲਾ ਔਰ ਜਿਹੜਾ ਬੇਸਨ ਆ ਉਹ ਇਕੁਅਲ ਹੋ ਜਾਵੇ। ਔਰ ਤੁਸੀਂ ਦੇਖੋਗੇ ਕਿ ਇਹ ਥੋੜਾ ਸਖਤ ਵੀ ਲੱਗ ਰਿਹਾ ਹੋਏਗਾ ਤੁਹਾਨੂੰ ਨਾ, ਇਹਦੀ ਕੋਟਿੰਗ ਯਾਨੀ ਕਿ ਸਖਤ ਹੋ ਗਈ ਆ। ਬਿਲਕੁਲ ਵੀ ਇਹ ਨਹੀਂ ਜ਼ਿਆਦਾ ਨਮੀ ਵਾਲੀ ਕੋਟਿੰਗ ਆ ਨਾ ਜਿਹੜੀ ਉਹ ਫੌਰਨ ਉਤਰ ਜਾਂਦੀ ਆ। ਇਸ ਤਰ੍ਹਾਂ ਥੋੜੀ ਸਖਤ ਵਾਲੀ ਕੋਟਿੰਗ ਹੋਏਗੀ ਨਾ ਉਹ ਉਤਰੇਗੀ ਨਹੀਂ। ਤਮਾਮ ਤਰ ਜਿਹੜੀਆਂ ਇਹਨੂੰ ਮੈਂ ਕੋਟਿੰਗ ਕਰ ਲੈਣੀ ਇਸ ਤਰ੍ਹਾਂ। ਇਸ ਤੋਂ ਬਾਅਦ ਆਪਾਂ ਇਹਦਾ ਨੈਕਸਟ ਸਟੈਪ ਕਰਦੇ ਹਾਂ। ਅੱਛਾ, ਇੱਕ ਟਾਈਮ ਤੇ ਇੱਥੇ ਨਾ ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਭੁੱਲ ਗਈ ਕਿ ਇਹਦੇ ਤੇ ਨਾ ਤੁਸੀਂ ਆਪਣਾ ਜਿਹੜਾ ਨਾ ਸਫੈਦ ਤਿਲ ਉਹ ਤੁਸੀਂ ਇਹਦੇ ਤੇ ਛਿੜਕ ਲਓ ਔਰ ਬਹੁਤ ਹੀ ਜ਼ਬਰਦਸਤ ਲੁੱਕ ਆਉਂਦੀ ਹੈ ਉਹਦੇ ਨਾਲ, ਖੂਬਸੂਰਤੀ ਆਉਂਦੀ ਹੈ ਮਾਸ਼ਾਅੱਲਾ, ਦੇਖਣੇ ਨੂੰ ਵੀ ਬਹੁਤ ਖੂਬਸੂਰਤ ਲੱਗਦੇ ਆ ਔਰ ਫਰਾਈ ਜਦੋਂ ਤੁਸੀਂ ਖਾਓਗੇ ਤਾਂ ਉਹਦਾ ਇੱਕ ਬਹੁਤ ਹੀ ਜ਼ਬਰਦਸਤ ਜਿਹਾ ਜ਼ਾਇਕਾ ਨਾ ਜਿਹੜਾ ਉਹ ਆਏਗਾ। ਤੇ ਦੇਖੋ ਜੀ ਮਾਸ਼ਾਅੱਲਾ ਹੁਣ ਸਾਡੀ ਜਿਹੜੀ ਸਟਿਕਸ ਹੋ ਗਈਆਂ ਤਿਆਰ ਫਰਾਈ ਕਰਨੇ ਲਈ। ਔਰ ਆਇਲ ਹੈ ਜਿਹੜਾ ਮੈਂ ਗਰਮ ਕਰਨੇ ਲਈ ਰੱਖ ਦਿੱਤਾ। ਆਇਲ ਸਾਡਾ ਮਾਸ਼ਾਅੱਲਾ ਗਰਮ ਹੋ ਗਿਆ। ਆ ਦੇਖੋ ਅਸੀਂ ਹੁਣ ਸਟਿਕਸ ਆਪਣੀ 1 ਬਾਏ 1 ਕਰਕੇ ਫਰਾਈ ਕਰ ਲੈਂਦੇ ਆ। ਔਰ ਤੁਸੀਂ ਹੁਣ ਇੱਥੇ ਗੌਰ ਕਰਿਓ ਕਿ ਕਿਆ ਵਾਕਈ ਹੀ ਕੋਟਿੰਗ ਉਤਰ ਰਹੀ ਹੈ ਸਾਡੀ ਕਿ ਨਹੀਂ ਉਤਰ ਰਹੀ। ਤੁਸੀਂ ਦੇਖੋਗੇ ਕਿ ਮਾਸ਼ਾਅੱਲਾ ਕੋਈ ਵੀ ਕੋਟਿੰਗ ਨਹੀਂ ਉਤਰੀ। ਹਾਂ ਕਿ ਤਿਲ ਹੈ, ਕੋਈ ਥੋੜੇ ਬਹੁਤੇ ਤਿਲ ਸ਼ਾਇਦ ਉਤਰ ਜਾਣ, ਲੇਕਿਨ ਕੋਟਿੰਗ ਇਹਦੀ ਜ਼ਰਾ ਵੀ ਨਹੀਂ ਉਤਰੇਗੀ। ਇੱਥੇ ਤੁਸੀਂ ਇਹਨੂੰ ਡਾਲ ਕੇ ਇਹਦੇ ਵਿੱਚ ਸਿਰਫ 2 ਤੋਂ 4 ਮਿੰਟ ਇਹਦੀ ਸਾਈਡ ਚੇਂਜ ਨਹੀਂ ਕਰਨੀ। ਜਦੋਂ ਇੱਕ ਸਾਈਡ ਤੋਂ ਪੱਕ ਜਾਏਗੀ ਫਿਰ ਉਹਨੂੰ ਦੂਸਰੀ ਸਾਈਡ 'ਤੇ ਇਹਦੀ ਸਾਈਡ ਚੇਂਜ ਕਰਨੀ ਆ, ਤਾਂ ਕਿ ਅਗਰ ਤੁਸੀਂ ਫੌਰਨ ਇਹਨੂੰ ਉਲਟਾਓ ਪਲਟਾਓਗੇ ਤਾਂ ਫਿਰ ਇਹਦੀ ਕੋਟਿੰਗ ਉਤਰਨੇ ਦਾ ਚਾਂਸ ਹੋ ਸਕਦਾ। ਅਦਰਵਾਈਜ਼ ਇਹਦੀ ਜਿਹੜੀ ਕੋਟਿੰਗ ਆ ਨਾ ਉਹ ਨਹੀਂ ਉਤਰੂਗੀ। ਆ ਦੇਖੋ ਤੁਸੀਂ ਮਾਸ਼ਾਅੱਲਾ ਜ਼ਰਾ ਵੀ ਇਹਦੀ ਕੋਟਿੰਗ ਨਹੀਂ ਉਤਰੀ ਔਰ ਬਹੁਤ ਕ੍ਰਿਸਪੀ ਔਰ ਅੰਦਰੋਂ ਜੂਸੀ ਬਣ ਕੇ ਤਿਆਰ ਹੋਣਗੇ। ਔਰ ਇਸ ਤੋਂ ਬਾਅਦ ਤੁਹਾਨੂੰ ਡਰਮ ਸਟਿਕ ਬਣਾਉਣੇ ਦੀ ਕੋਈ ਹੋਰ ਰੈਸਪੀ ਦੇਖਣੀ ਨਹੀਂ ਪਊਗੀ। ਤੁਸੀਂ ਕਹੋਗੇ ਕਿ ਵਾਕਈ ਹੀ ਕੋਈ ਚੀਜ਼ ਬਣ ਕੇ ਤਿਆਰ ਹੋਈ ਹੈ। ਅਗਰ ਤੁਸੀਂ ਇਹਨੂੰ ਬਣਾ ਕੇ ਟਰਾਈ ਕਰਦੇ ਹੋ ਤੇ ਫਿਰ ਤੁਹਾਡੀ ਡਰਮ ਸਟਿਕ ਬਹੁਤ ਜ਼ਬਰਦਸਤ ਬਣਦੀ ਹੈ। ਤੇ ਫਿਰ ਇੱਕ ਆ ਕੇ ਮੇਰੀ ਵੀਡੀਓ ਦੇ ਨੀਚੇ ਕਮੈਂਟ ਲਾਜ਼ਮੀ ਕਰਿਓ ਔਰ ਮੈਨੂੰ ਦੱਸਿਓ ਜ਼ਰੂਰ ਕਿ ਤੁਹਾਡੀ ਵਾਕਈ ਹੀ ਡਰਮ ਸਟਿਕ ਕਿਸ ਤਰ੍ਹਾਂ ਦੀ ਬਣੀ ਹੈ। ਹੁਣ ਜੀ ਇਹਨੂੰ ਆਪਾਂ ਬਹੁਤ ਜ਼ਿਆਦਾ ਹਾਈ ਆਂਚ ਤੇ ਨਹੀਂ ਬਣਾਉਣਾ, ਮੀਡੀਅਮ ਆਂਚ ਤੇ ਇਹਨੂੰ ਫਰਾਈ ਕਰਨਾ, ਬਹੁਤ ਲੋ ਆਂਚ ਤੇ ਵੀ ਨਹੀਂ ਫਰਾਈ ਕਰਨਾ ਤੇ ਬਹੁਤ ਤੇਜ਼ ਆਂਚ ਤੇ ਵੀ ਨਹੀਂ ਫਰਾਈ ਕਰਨਾ। ਇਹਨੂੰ ਮੀਡੀਅਮ ਆਂਚ ਤੇ ਇਹਨੂੰ ਫਰਾਈ ਕਰਨਾ। ਫਰਾਈ ਕਰਕੇ ਤੁਸੀਂ ਇਹਨੂੰ ਜਦੋਂ ਉਤਾਰਨਾ ਜਾਂ ਇਹਨੂੰ ਨਿਕਾਲ ਕੇ ਰੱਖਣਾ ਉਹ ਆ ਤੁਸੀਂ ਇਹਨੂੰ ਜਾਲੀ ਤੇ ਰੱਖਣਾ, ਤਾਂ ਕਿ ਇਹ ਤਮਾਮ ਤਰ ਜਿਹੜਾ ਆਇਲ ਹੈ ਨਾ ਇਹਦਾ ਉਹ ਹੋ ਜਾਵੇ। ਮੈਂ ਇਸ ਤਰ੍ਹਾਂ ਦਾ ਇੱਕ ਸਟੈਂਡ ਲੈ ਲਿਆ, ਇਹਦੇ ਨੀਚੇ ਪਲੇਟ ਰੱਖੀ ਹੈ, ਇੱਥੇ ਆਪਾਂ ਜੀ ਕੱਢ ਕੇ ਇਹਨੂੰ ਰੱਖਦੇ ਤਾਂ ਕਿ ਆਇਲ ਜਿਹੜਾ ਉਹ ਨੀਚੇ ਪਲੇਟ 'ਚ ਚਲ ਜਾਵੇ
ਔਰ ਇਹ ਬਿਲਕੁਲ ਖੁਸ਼ਕ ਔਰ ਡਰਾਈ ਹੋ ਜਾਣ ਔਰ ਕ੍ਰਿਸਪੀ ਹੋ ਜਾਣ। ਇਸ ਤਰ੍ਹਾਂ ਮੈਂ ਤਮਾਮ ਤਰ ਜਿਹੜੀਆਂ ਆਪਣੀ ਡਰਮ ਸਟਿਕ ਬਣਾ ਲਵਾਂ, ਫਿਰ ਤੁਹਾਨੂੰ ਇਹਨਾਂ ਦੀ ਫਾਈਨਲ ਲੁੱਕ ਦਿਖਾਉਂਦੀ ਹਾਂ। ਉਸ ਵਕਤ ਤੱਕ ਤੁਸੀਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਪਿਆਰਾ ਜਿਹਾ ਕਮੈਂਟ ਕਰੋ। ਇਹ ਦੇਖੋ ਜੀ, ਮਾਸ਼ਾਅੱਲਾ ਇਹਦੀ ਫਾਈਨਲ ਲੁੱਕ ਬਹੁਤ ਹੀ ਜ਼ਬਰਦਸਤ ਹੈ। ਸਾਡੀਆਂ ਡਰਮ ਸਟਿਕਸ ਬਣ ਕੇ ਤਿਆਰ ਹੋ ਗਈਆਂ। ਇਹਨੂੰ ਸਰਵ ਕਰ ਲਓ ਲੈਮਨ ਦੇ ਨਾਲ, ਰਾਇਤੇ ਦੇ ਨਾਲ, ਪਿਆਜ਼ ਨਾਲ, ਔਰ ਨਾਲ ਹੀ ਤੁਸੀਂ ਜੀ ਇਹਦੇ ਨਾਲ ਲੈ ਸਕਦੇ ਹੋ, ਨਾਨ ਲੈ ਸਕਦੇ ਹੋ ਤੇ ਰੋਟੀ ਲੈ ਸਕਦੇ ਹੋ। ਤੁਹਾਨੂੰ ਮੈਂ ਇਹਨੂੰ ਤੋੜ ਕੇ ਦਿਖਾਉਂਦੀ ਹਾਂ। ਦੇਖੋ ਮਾਸ਼ਾਅੱਲਾ ਕਿੰਨੀ ਹੀ ਜ਼ਬਰਦਸਤ ਅੰਦਰ ਤੱਕ ਪੱਕੀ ਹੈ ਔਰ ਬਿਲਕੁਲ ਜੂਸੀ ਹੈ ਔਰ ਬਾਹਰੋਂ ਬਿਲਕੁਲ ਕ੍ਰਿਸਪੀ ਹੈ। ਉਮੀਦ ਹੈ ਕਿ ਤੁਹਾਨੂੰ ਰੈਸਪੀ ਅੱਛੀ ਲੱਗੂਗੀ। ਇਹਦੇ ਨਾਲ ਹੀ ਤੁਸੀਂ ਆਪਣਾ ਰੱਖੋ ਖਿਆਲ। ਮੈਨੂੰ ਦਿਓ ਇਜਾਜ਼ਤ। ਅੱਲਾ ਸੋਨੇ ਦੇ ਹਵਾਲੇ।